ਮੈਨੂੰ ਉਹਨਾਂ ਨੇ ਕੰਨ 'ਚ ਕਿਹਾ ਕਿ ਮੈਨੂੰ ਪਿੱਛੇ ਮਿਲਣਾ। ਮੈਂ ਫੰਕਸ਼ਨ ਤੋਂ ਬਾਅਦ ਉਹਨਾਂ ਨੂੰ ਪਿੱਛੇ ਮਿਲਿਆ, ਗੱਡੀ ਦੇ ਵਿੱਚ ਸੀਗੇ, ਉਹ ਅੱਗੇ ਬੈਠੇ ਸੀਗੇ, ਮੈਨੂੰ ਵੀ ਗੱਡੀ 'ਚ ਉਹਨਾਂ ਨੇ ਬਿਠਾ ਲਿਆ। ਅਤੇ ਮੈਨੂੰ ਪ੍ਰਧਾਨ ਜੀ ਸਾਡੇ ਸਿੱਧੂ ਸਾਹਿਬ, ਉਹਨਾਂ ਨੇ ਗੱਡੀ 'ਚ ਵੜਦੇ ਹੀ ਮੈਨੂੰ ਕਿਹਾ KP ਭਾਜੀ ਤੁਹਾਡਾ ਅਸੀਂ ਕਰ ਦਿੱਤਾ। ਮੈਂ ਕਿਹਾ ਜੀ ਮੇਰਾ ਕੀ ਕਰ ਦਿੱਤਾ? ਕਹਿੰਦੇ ਤੁਹਾਨੂੰ ਅਸੀਂ ਆਦਮਪੁਰ ਤੋਂ ਟਿਕਟ ਦੇ ਦਿੱਤੀ ਆ। ਮੈਨੂੰ ਇਹ ਕਿਹਾ ਗਿਆ ਕਿ PCC ਦੇ ਦਫ਼ਤਰ ਤੋਂ ਬੰਦਾ ਆ ਰਿਹਾ, ਉਹ ਤੁਹਾਡੀ ਟਿਕਟ ਲੈ ਕੇ। ਮੈਂ ਅਗਲੇ ਦਿਨ ਆਪਣੀ ਤਿਆਰੀ ਕਰਕੇ ਬੈਠਾ ਰਿਹਾ, ਬੰਦਾ ਆ ਵੀ ਗਿਆ, ਇੱਥੇ 4 ਘੰਟੇ ਉੱਥੇ ਬੈਠਾ ਰਿਹਾ, ਲੇਕਿਨ ਉਹਨੂੰ ਇਹ ਆਦੇਸ਼ ਨਹੀਂ ਦਿੱਤਾ ਕਿ ਤੁਸੀਂ ਇਹਨੂੰ ਟਿਕਟ ਜਿਹੜੀ ਹੈ ਸਿੰਪਲ ਲੈਟਰ ਹੈ ਜਿਹੜਾ ਉਹ ਦੇ ਦਿਓ। ਔਰ ਮੈਨੂੰ ਲੱਗਦਾ ਕਿ ਇਹਨਾਂ ਨੇ ਇੱਕ ਐਸੀ ਪਟਕਥਾ ਜਿਹੜੀ ਲਿਖੀ ਗਈ ਕਿ ਕਿਸੇ ਤਰੀਕੇ ਨਾਲ KP ਨੂੰ ਉਲਝਾ ਕੇ ਇਹਨੂੰ ਇਸ ਤਰੀਕੇ ਨਾਲ ਮਤਲਬ ਰੱਖੋ ਕਿ ਇਹ ਕਿਤੇ ਹੋਰ ਇੰਡੀਪੈਂਡੈਂਟ ਵੀ ਇਲੈਕਸ਼ਨ ਜਿਹੜਾ ਨਾ ਲੜ ਸਕੇ। ਤੁਹਾਡੀ ਰਿਪੋਰਟ ਫਿਰ ਗਲਤ ਪਹੁੰਚੀ ਉਹਨਾਂ ਤੱਕ ਬਾਅਦ 'ਚ, ਕਿ ਜਾਂ ਫਿਰ ਕਿਸੇ ਨੇ ਰੋਕਤਾ ਹੋਊਗਾ? ਮੇਰੇ ਨਾਲ ਵਿਸ਼ਵਾਸਘਾਤ ਕਹਿ ਸਕਦੇ ਇਸ ਗੱਲ ਨੂੰ। ਮੈਂ ਸਮਝਦਾ ਮੇਰੇ ਨਾਲ ਧੋਖਾ ਕੀਤਾ ਇਹਨਾਂ ਨੇ ਕਿ ਇੱਕ ਤਾਂ ਮੈਨੂੰ ਟਿਕਟ ਨਹੀਂ ਦਿੱਤੀ, ਦੂਜਾ ਮੇਰਾ ਜਿਹੜਾ ਇਲੈਕਸ਼ਨ ਲੜਨ ਦਾ ਅਧਿਕਾਰ ਸੀਗਾ ਉਹਨੂੰ ਵੀ ਇਹਨਾਂ ਨੇ ਜ਼ਬਰਦਸਤੀ ਪਲੈਨਿੰਗ ਕਰਕੇ ਮੈਨੂੰ ਮੇਰਾ ਰਸਤਾ ਜਿਹੜਾ ਉਹ ਰੁਕਿਆ। ਪਰ ਇੱਕ ਨਾਮ ਪ੍ਰਗਟ ਸਿੰਘ ਦਾ ਅੱਗੇ ਆ ਰਿਹਾ, ਕਹਿੰਦੇ ਵੀ ਪ੍ਰਗਟ ਸਿੰਘ ਹੋਣਾ ਦਾ ਬੜਾ ਰੋਲ ਰਿਹਾ ਤੁਹਾਡੀ ਟਿਕਟ ਕਟਾਉਣ ਦੇ ਵਿੱਚ, ਕੋਈ ਇਹ ਗੱਲ 'ਚ ਸੱਚਾਈ ਹੈ? ਜੇ ਤੁਸੀਂ ਮੇਰੀ ਟਿਕਟ ਨਹੀਂ ਸੀ ਮੈਨੂੰ ਦੇਣੀ ਤੇ ਤੁਸੀਂ ਮੈਨੂੰ 2:45 ਵਜੇ ਦੱਸਦੇ ਆ ਵੀ ਨਹੀਂ ਟਿਕਟ ਦੇਣੀ, ਤੁਸੀਂ ਮੈਨੂੰ 9 ਵਜੇ ਵੀ ਦੱਸ ਸਕਦੇ, 10 ਵਜੇ ਵੀ ਦੱਸ ਸਕਦੇ, 11 ਵਜੇ ਵੀ ਦੱਸ ਸਕਦੇ ਸੀ। ਕੋਈ ਗੱਲ ਨਹੀਂ, ਹੁਣ ਨੱਠਦਿਆਂ ਨੂੰ ਬਾਣ ਇੱਕੋ ਜਿਹੀ ਆ ਤੇ ਹੁਣ ਪਤਾ ਜਾਣਗੇ ਲੱਗ। ਦੁਆਬੇ ਦੇ ਵਿੱਚੋਂ KP ਇੱਕ ਮਜ਼ਬੂਤ ਦਾਅਵੇਦਾਰ ਹੈ, ਤੇ ਜੇ ਇਹ ਜਿੱਤ ਜਾਂਦਾ, ਸਰਕਾਰ ਬਣਦੀ ਹੈ ਕਾਂਗਰਸ ਦੀ, ਤੇ ਅਸੀਂ ਪਿੱਛੇ ਰਹਿ ਜਾਵਾਂਗੇ, ਅੱਗੇ ਨਿਕਲ ਜਾਵਾਂਗੇ। ਇੱਕ ਮਾਨਸਿਕ ਜਿਹੜੀ ਇਹਨਾਂ ਦੀ ਇਹ ਸੋਚ ਦੇ ਉਹ ਮੇਰਾ ਜਿਹੜਾ ਹੈਗਾ ਨੁਕਸਾਨ ਜਿਹੜਾ ਉਹ ਕੀਤਾ। ਲੋਕਲ ਲੀਡਰਸ਼ਿਪ ਨੂੰ ਮੇਰੇ ਨਾਲ ਇਹ ਕਹਿ ਸਕਦੇ ਹਾਂ ਕਿ ਇਹ ਜਿੱਦਾਂ ਆਪਾਂ ਪੰਜਾਬੀ ਕਹਿੰਦੇ ਯਾਰ ਬੜੇ ਖੁੰਦਕੀ ਹੈ ਵਿਚਾਰ ਵਾਲੇ ਲੋਕ ਜਿਹੜੇ ਇੱਥੇ ਆ ਗਏ ਆ, ਉਹਨਾਂ ਨੂੰ ਮੈਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਸਵਾਲ ਇਹ ਹੈ ਵੀ ਹੁਣ ਤੁਸੀਂ ਕਿਸੇ ਕੈਂਟ 'ਚ ਇਨਵੋਲਵਮੈਂਟ ਕਰੋਗੇ? ਨਹੀਂ, ਮੈਂ ਸਾਰੀ ਜਗ੍ਹਾ ਇਨਵੋਲਵਮੈਂਟ ਕਰੂੰਗਾ। ਮੈਂ ਦੇਖੋ ਰਾਜਨੀਤਿਕ ਅਸੀਂ ਲੋਕ ਹਾਂ, ਹੁਣ ਮੈਂ ਘਰ 'ਚ ਚੁੱਪ ਕਰਕੇ ਤਾਂ ਬੈਠੂੰਗਾ ਨਹੀਂ, ਨਾ ਮੇਰਾ ਘਰ 'ਚ ਚੁੱਪ ਕਰਕੇ ਦਿਲ ਲੱਗੇਗਾ। ਮੈਂ ਤਾਂ ਆਪਣੇ ਵਲਵਲੇ ਕੱਢਣੇ ਹੀ ਕੱਢਣੇ ਆ। ਪਰਿਵਾਰ ਕਹਿੰਦਾ ਵੀ ਤੁਹਾਡੇ ਨਾਲ ਇੰਨੀ ਵੱਡੀ ਬੇਇਨਸਾਫੀ ਕੀਤੀ ਆ ਤੇ ਹਲੇ ਵੀ ਤੁਸੀਂ ਕਾਂਗਰਸ ਪਾਰਟੀ 'ਚ ਰਹਿਣਾ ਪਸੰਦ ਕਰੋਗੇ, ਤਾਂ ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਅਸੀਂ ਕੋਈ ਨਾ ਕੋਈ ਸਖਤ ਕਦਮ ਜਿਹੜਾ ਪਰਿਵਾਰ ਤੇ ਕਹਿਣ ਤੇ ਚੁੱਕੂੰਗਾ। ਮੈਂ ਟਿਕਟ ਨਹੀਂ ਦੇਣੀ ਸੀ, ਕੋਈ ਗੱਲ ਨਹੀਂ, ਤੁਹਾਡੇ ਕੋਲ ਚੋਣ ਲੜਨ ਦਾ ਅਧਿਕਾਰ ਨਾ ਖੋਂਦੇ, ਮਤਲਬ ਇਸ ਤਰੀਕੇ ਨਾਲ ਤੁਹਾਨੂੰ ਉਲਝਾ ਕੇ ਰੱਖਿਆ, ਤੇ ਫਿਰ ਵੀ ਤੁਸੀਂ ਕਾਂਗਰਸ 'ਚ ਰਹਿਣ ਲਈ ਅਜੇ ਤਤਪਰ ਹੋ? ਨਹੀਂ, ਮੇਰੀ ਕੋਈ ਹੁਣ ਸਹਾਨੂਭੂਤੀ ਨਹੀਂ ਹੈ ਬਿਲਕੁਲ। ਅੱਜ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਉਹ ਲੋਕ ਆ ਚੁੱਕੇ ਨੇ ਜਿਹੜੇ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਕੱਢੇ ਆ, ਡਿਸਕਾਰਡਡ ਆ, ਉਹ ਸਾਨੂੰ ਅੱਜ ਲੀਡ ਕਰ ਰਹੇ ਨੇ। ਮੇਰੇ ਪਿਤਾ ਜੀ ਨੇ ਬੜੀ ਵੱਡੀ ਸੇਵਾ ਕੀਤੀ ਹੈ, ਕੁਰਬਾਨੀਆਂ ਦਿੱਤੀਆਂ, ਅਸੀਂ ਪੰਜਾਬ ਲਈ ਕੁਰਬਾਨੀਆਂ ਦਿੱਤੀਆਂ, ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਤੇ ਜੇ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਇਗਨੋਰ ਕਰਨਾ ਤੇ ਕੋਈ ਪਾਰਟੀ ਦੇ ਫਾਇਦੇ ਦੀ ਗੱਲ ਨਹੀਂ ਹੈਗੀ ਨਾ। ਪਾਰਟੀ ਨੇ ਆਪਣਾ ਨੁਕਸਾਨ ਕੀਤਾ, ਮੇਰਾ ਕੋਈ ਨਹੀਂ ਕੀਤਾ। ਕਾਂਗਰਸ ਨੂੰ ਮੰਥਨ ਕਰਨ ਦੀ ਲੋੜ ਹੈ। ਪੁਰਾਣੇ ਲੋਕ ਜਿਹੜੇ ਬੈਠੇ ਆ ਕਾਂਗਰਸ ਪਾਰਟੀ ਦੇ ਵਿੱਚ, ਉਹਨਾਂ ਦੀ ਵਿਚਾਰਧਾਰਾ ਜਿਹੜੀ ਖਤਮ ਹੋਈ ਜਾ ਰਹੀ ਹੈ, ਨਵੀਂ ਸੋਚ ਭਾਰੂ ਹੋ ਰਹੀ ਹੈ। ਜਿਹੜੀ ਨਵੀਂ ਸੋਚ ਹੈ ਉਹ ਮੈਂ ਨਹੀਂ ਸਮਝਦਾ ਕੋਈ ਇੰਨੀ ਪੋਜ਼ਿਟਿਵ ਸੋਚ ਹੈ। ਕੱਲ ਕਾਂਗਰਸ ਪਾਰਟੀ ਦੇ ਵਿੱਚ ਇੱਕ ਅਨੋਖੀ ਚੀਜ਼ ਦੇਖਣ ਨੂੰ ਮਿਲੀ। ਇੱਕ ਐਪੀਸੋਡ ਕੁਝ ਘੰਟਿਆਂ ਦਾ ਸੀ ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੀ। ਇੱਕ ਹਲਕੇ ਤੋਂ 2 ਕਾਂਗਰਸੀ ਨਾਮਜ਼ਦਗੀ ਪੱਤਰ ਭਰਨ ਪਹੁੰਚੇ। ਇੱਕ ਨੂੰ ਪਹਿਲਾਂ ਟਿਕਟ ਦਿੱਤੀ ਹੋਈ ਸੀ ਅਤੇ ਦੂਸਰੇ ਨੂੰ ਸੀਨੀਅਰ ਜਿਹੜੇ ਕਾਂਗਰਸੀ ਲੀਡਰ ਨੇ ਮਹਿੰਦਰ ਸਿੰਘ KP, ਉਹਨਾਂ ਨੂੰ ਫੋਨ ਕਰਕੇ ਹਾਈਕਮਾਨ ਦੇ ਵੱਲੋਂ ਕਿਹਾ ਗਿਆ ਕਿ ਸੁਖਵਿੰਦਰ ਸਿੰਘ ਕੋਟਲੀ ਹੋਣਾ ਦੀ ਟਿਕਟ ਕੱਟ ਦਿੱਤੀ ਹੈ, ਤੁਸੀਂ ਪਹੁੰਚੋ, ਆਪਣੇ ਕਾਗਜ਼ ਪੱਤਰ ਬਣਾਓ ਅਤੇ ਉੱਥੇ ਜਾ ਕੇ ਨਾਮਜ਼ਦਗੀ ਭਰੋ। ਪਰ ਜਦੋਂ ਮਹਿੰਦਰ ਸਿੰਘ KP ਉੱਥੇ ਪਹੁੰਚਦੇ ਨੇ, ਤਸਵੀਰ ਕੁਝ ਹੋਰ ਹੀ ਹੁੰਦੀ ਹੈ। ਹਾਈਕਮਾਨ ਦੇ ਵੱਲੋਂ ਇੱਕ ਕੋਝਾ ਮਜ਼ਾਕ ਕੀਤਾ ਗਿਆ ਉਹਨਾਂ ਦੇ ਨਾਲ। ਮਹਿੰਦਰ ਸਿੰਘ KP ਮੇਰੇ ਨਾਲ ਨੇ। ਕੱਲ ਜੋ ਕੁਝ ਹੋਇਆ ਅਸਲ ਦੇ ਵਿੱਚ ਕੀ ਸੀ ਸਾਰਾ ਐਪੀਸੋਡ, ਸਾਰੀ ਗੱਲਬਾਤ ਜਾਣਦੇ ਹਾਂ ਤੇ ਕਰਦੇ ਹਾਂ। KP ਸਾਹਿਬ, ਜੋ ਸਭ ਕੱਲ ਹੋਇਆ ਉਹਨੂੰ ਡਿਟੇਲ ਦੇ ਵਿੱਚ ਦੱਸਿਓ ਕਿ ਤੁਹਾਡੀ ਫੋਨ ਤੇ ਗੱਲਬਾਤ ਕੀ ਹੁੰਦੀ ਰਹੀ ਹੈ, ਹਾਈਕਮਾਨ ਨੇ ਤੁਹਾਨੂੰ ਕੀ ਕਿਹਾ ਸੀ, ਤੁਸੀਂ ਉੱਥੇ ਕਿਉਂ ਗਏ ਸੀ? ਨਹੀਂ, ਮੈਨੂੰ ਤਾਂ ਦੇਖੋ ਜਦੋਂ ਟਿਕਟ ਇਹਨਾਂ ਨੇ ਪਹਿਲੀ ਲਿਸਟ ਕੱਢੀ ਆ ਉਹਦੇ ਵਿੱਚ ਮੇਰੀ ਟਿਕਟ ਡਿਨਾਈ ਕਰਤੀ, ਮੈਨੂੰ ਦੇਤੀ ਉਹਨਾਂ ਨੇ। ਮੈਂ ਥੋੜ੍ਹਾ ਪਰੇਸ਼ਾਨ ਹੋਇਆ ਵੀ ਨਹੀਂ ਸੀ ਕੱਟਣੀ ਚਾਹੀਦੀ। ਮੈਂ ਉਸ ਤੋਂ ਬਾਅਦ ਆਪਣੇ ਆਰਾਮ ਨਾਲ ਘਰ ਬੈਠ ਗਿਆ। ਤੁਸੀਂ ਦੇਖਦੇ ਹੀ ਆ, ਮੈਨੂੰ ਮਿਲਦੇ ਹੀ ਰਹੇ ਆ।
ਤੇ ਮੈਂ ਇਸ ਕਰਕੇ ਵੀ ਹਲੇ ਥੋੜ੍ਹਾ ਜਿਹਾ ਵਿਚਾਰ ਵਿਮਰਸ਼ ਕਰਨਾ, ਫਿਰ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ। ਉਸ ਤੋਂ ਬਾਅਦ ਫਿਰ ਮੈਨੂੰ 26 ਜਨਵਰੀ ਨੂੰ ਇੱਥੇ ਚੰਨੀ ਸਾਹਿਬ ਮੁੱਖ ਮੰਤਰੀ ਜੀ ਉਹਨਾਂ ਨੇ ਝੰਡਾ ਚੜਾਇਆ। ਮੈਂ ਉੱਥੇ ਗਿਆ ਤੇ ਉਹਨਾਂ ਨੇ ਗੱਲਬਾਤ ਹੋਈ ਉਹਨਾਂ ਨਾਲ, ਤੇ ਉਹਨਾਂ ਨੇ ਕਿਹਾ ਨਹੀਂ ਕੋਈ ਗੱਲ ਨਹੀਂ, ਤੁਸੀਂ ਹਲੇ ਅਸੀਂ ਤੁਹਾਡੀ ਵਿਚਾਰ ਕਰ ਰਹੇ ਹਾਂ। ਉਸੇ ਦਿਨ ਹੀ 26 ਰਾਤ ਨੂੰ ਹੀ ਮੈਨੂੰ ਰਾਹੁਲ ਗਾਂਧੀ ਜੀ ਦੇ ਆਫਿਸ ਤੋਂ ਫੋਨ ਆਇਆ ਕਿ ਕੱਲ੍ਹ ਨੂੰ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਆ ਤੇ ਤੁਸੀਂ ਉੱਥੇ ਆਉਣਾ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ 117 ਅਸੈਂਬਲੀ ਇਲੈਕਸ਼ਨ ਜਿਹੜੇ ਲੜ ਰਹੇ ਨੇ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ, ਕਿਉਂਕਿ ਮੈਨੂੰ ਟਿਕਟ ਨਹੀਂ ਦਿੱਤੀ, ਇਸ ਕਰਕੇ ਮੈਂ ਅੰਮ੍ਰਿਤਸਰ ਨਹੀਂ ਆਉਣਾ। ਉਹਨਾਂ ਨੇ ਕਿਹਾ ਨਹੀਂ ਤੁਸੀਂ ਉਹ ਜਲੰਧਰ ਆ ਰਹੇ ਨੇ, ਵਰਚੁਅਲ ਇੱਥੇ ਮੀਟਿੰਗ ਹੈ, ਤੇ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਉੱਥੇ ਮਿਲੋ। ਮੈਂ ਸਾਡੇ ਲੀਡਰ ਆ, ਮੈਂ ਉਹਨਾਂ ਨੂੰ ਮਿਲਣ ਚਲੇ ਗਿਆ ਤੇ ਸਟੇਜ ਦੇ ਉੱਤੇ ਉਹਨਾਂ ਨੇ ਮੇਰੀ ਬਹੁਤ ਇੱਜ਼ਤ ਦੇ ਨਾਲ ਮੈਨੂੰ ਮਿਲੇ। ਤੁਸੀਂ ਸਾਰਿਆਂ ਨੇ ਦੇਖਿਆ ਹੋ ਸਰ, ਮੈਨੂੰ ਉਹਨਾਂ ਨੇ ਕੰਨ 'ਚ ਕਿਹਾ ਕਿ ਮੈਨੂੰ ਪਿੱਛੇ ਮਿਲਣਾ। ਮੈਂ ਫੰਕਸ਼ਨ ਤੋਂ ਬਾਅਦ ਉਹਨਾਂ ਨੂੰ ਪਿੱਛੇ ਮਿਲਿਆ, ਗੱਡੀ ਦੇ ਵਿੱਚ ਸੀਗੇ, ਉਹ ਅੱਗੇ ਬੈਠੇ ਸੀਗੇ, ਮੈਨੂੰ ਵੀ ਗੱਡੀ 'ਚ ਉਹਨਾਂ ਨੇ ਬਿਠਾ ਲਿਆ। ਤੇ ਮੈਨੂੰ ਪ੍ਰਧਾਨ ਜੀ ਸਾਡੇ ਸਿੱਧੂ ਸਾਹਿਬ, ਉਹਨਾਂ ਨੇ ਗੱਡੀ 'ਚ ਵੜਦੇ ਹੀ ਮੈਨੂੰ ਕਿਹਾ ਕਿ ਭਾਜੀ ਤੁਹਾਡਾ ਅਸੀਂ ਕਰ ਦਿੱਤਾ। ਮੈਂ ਕਿਹਾ ਜੀ ਮੇਰਾ ਕੀ ਕਰ ਦਿੱਤਾ? ਕਹਿੰਦੇ ਤੁਹਾਨੂੰ ਅਸੀਂ ਆਦਮਪੁਰ ਤੋਂ ਟਿਕਟ ਦੇ ਦਿੱਤੀ ਹੈ। ਰਾਹੁਲ ਜੀ ਨੇ ਪਿੱਛੇ ਵੇਨੂ ਗੋਪਾਲ ਜੀ ਬੈਠੇ ਸੀਗੇ, ਉਹਨਾਂ ਨੂੰ ਕਿਹਾ ਵੀ ਜੋ KP जी का ये टिकट का काम है वो कर दो। मैं आश्वस्त हो गया भी चलो ਹੁਣ ਹਾਈਐਸਟ ਬਾਡੀ ਹੈ ਰਾਹੁਲ ਗਾਂਧੀ ਜੀ, CM ਉੱਥੇ ਬੈਠੇ ਆ, PCC ਪ੍ਰਧਾਨ ਉੱਥੇ ਬੈਠੇ ਆ, ਪ੍ਰਭਾਰੀ ਉੱਥੇ ਬੈਠੇ ਆ, ਜਨਰਲ ਸੈਕਟਰੀ ਇੰਚਾਰਜ ਉੱਥੇ ਬੈਠੇ ਆ। ਮੈਂ ਆਪਣਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ। ਜਿਸ ਦਿਨ ਕੱਲ੍ਹ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਮੈਨੂੰ ਸਾਡੇ ਪ੍ਰਭਾਰੀ ਹਰੀਸ਼ ਚੌਧਰੀ ਜੀ, ਉਹਨਾਂ ਦਾ ਫੋਨ ਆਇਆ ਵੀ KP ਸਾਹਿਬ ਤੁਹਾਨੂੰ ਅਸੀਂ ਟਿਕਟ ਜਿਹੜੀ ਆ ਦੇ ਰਹੇ ਹਾਂ। ਉਹਨਾਂ ਨੇ ਮੈਨੂੰ 2 ਆਪਸ਼ਨ ਦਿੱਤੀਆਂ ਵੈਰੀ ਫਰੈਂਕਲੀ। ਉਹਨਾਂ ਨੇ ਕਿਹਾ ਸ਼੍ਰੀ ਹਰਗੋਬਿੰਦਪੁਰ ਤੇ ਆਦਮਪੁਰ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੰਨੀ ਜਲਦੀ ਦੇ ਵਿੱਚ ਬਾਹਰ ਨਹੀਂ ਕਿਤੇ ਜਾ ਸਕਦਾ, ਮੇਰੀ ਤਿਆਰੀ ਆਦਮਪੁਰ ਦੇ ਵਿੱਚ ਆ। ਉਹਨਾਂ ਨੇ ਕਿਹਾ ਓਕੇ ਤੁਸੀਂ ਆਪਣੇ ਫਾਰਮ ਜੋ ਵੀ ਹੈਗਾ ਤਿਆਰ ਕਰੋ। ਕੱਲ੍ਹ ਮੈਂ ਆਪਣੇ ਫਾਰਮ ਤਿਆਰ ਕਰ ਦਿੱਤੇ। ਕੱਲ੍ਹ ਰਾਤ ਨੂੰ ਫਿਰ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਆਪਣੀ ਵੋਟਰ ਲਿਸਟ ਜਿਹੜੀ ਹੈਗੀ ਹੈ, ਤੁਹਾਡਾ ਜਿਹੜਾ ਆਈ ਕਾਰਡ ਹੈ ਉਹ ਸਾਨੂੰ ਦਿਓ, ਤੁਹਾਨੂੰ ਟਿਕਟ ਦੇਣੀ ਆ। ਮੈਂ ਉਹ ਵੀ ਉਹਨਾਂ ਨੂੰ ਫੈਕਸ ਕਰ ਦਿੱਤਾ। ਮੈਨੂੰ ਇਹ ਕਿਹਾ ਗਿਆ ਕਿ PCC ਦੇ ਦਫ਼ਤਰ ਤੋਂ ਬੰਦਾ ਆ ਰਿਹਾ ਉਹ ਤੁਹਾਡੀ ਟਿਕਟ ਲੈ ਕੇ। ਮੈਂ ਅਗਲੇ ਦਿਨ ਆਪਣੀ ਤਿਆਰੀ ਕਰਕੇ ਬੈਠਾ ਰਿਹਾ। ਬੰਦਾ ਆ ਵੀ ਗਿਆ, ਇੱਥੇ 4 ਘੰਟੇ ਉੱਥੇ ਬੈਠਾ ਰਿਹਾ, ਲੇਕਿਨ ਉਹਨੂੰ ਇਹ ਆਦੇਸ਼ ਨਹੀਂ ਦਿੱਤਾ ਕਿ ਤੁਸੀਂ ਇਹਨੂੰ ਟਿਕਟ ਜਿਹੜੀ ਹੈ ਸਿੰਬਲ ਲੈਟਰ ਹੈ ਜਿਹੜਾ ਉਹ ਦੇ ਦਿਓ। ਹਾਈ ਕਮਾਂਡ ਤੋਂ ਇੱਕ ਬੰਦਾ ਆਇਆ ਵੀ ਆ ਤੁਹਾਡੇ ਕੋਲ? ਹਾਈ ਕਮਾਂਡ ਤੋਂ PCC ਦੇ ਦਫ਼ਤਰ ਤੋਂ ਆਇਆ, ਬਿਲਕੁਲ ਲੈਪਟਾਪ ਕੰਪਿਊਟਰ ਲੈ ਕੇ ਆਇਆ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਫ ਇੱਕ ਸੰਦੇਸ਼ ਦੀ ਲੋੜ ਆ, ਜਦੋਂ ਸੰਦੇਸ਼ ਆ ਗਿਆ ਅਸੀਂ ਤੁਹਾਡਾ ਨਾਮ ਭਰ ਕੇ ਉਹ ਦੇ ਦੇਣਾ। ਮੈਂ ਉਸ ਭੁਲੇਖੇ ਦੇ ਵਿੱਚ ਤੇ ਰਿਹਾ, ਔਰ ਮੈਨੂੰ ਲੱਗਦਾ ਕਿ ਇਹਨਾਂ ਨੇ ਇੱਕ ਐਸੀ ਪਟਕਥਾ ਜਿਹੜੀ ਲਿਖੀ ਗਈ ਕਿ ਕਿਸੇ ਤਰੀਕੇ ਨਾਲ KP ਨੂੰ ਉਲਝਾ ਕੇ ਇਹਨੂੰ ਇਸ ਤਰੀਕੇ ਨਾਲ ਮਤਲਬ ਰੱਖੋ ਕਿ ਇਹ ਕਿਤੇ ਹੋਰ ਇੰਡੀਪੈਂਡੈਂਟ ਵੀ ਇਲੈਕਸ਼ਨ ਜਿਹੜਾ ਨਾ ਲੜ ਸਕੇ। ਜੇ ਤੁਸੀਂ ਮੇਰੀ ਟਿਕਟ ਨਹੀਂ ਸੀ ਮੈਨੂੰ ਦੇਣੀ ਤੇ ਤੁਸੀਂ ਮੈਨੂੰ 2:45 ਵਜੇ ਦੱਸਦੇ ਆ ਵੀ ਨਹੀਂ ਟਿਕਟ ਦੇਣੀ, ਤੁਸੀਂ ਮੈਨੂੰ 9 ਵਜੇ ਵੀ ਦੱਸ ਸਕਦੇ, 10 ਵਜੇ ਵੀ ਦੱਸ ਸਕਦੇ, 11 ਵਜੇ ਵੀ ਦੱਸ ਸਕਦੇ ਸੀ। ਤੋ ਇਹ ਇੱਕ ਬੜੀ ਸ਼ੜਯੰਤਰਕਾਰੀ ਇਹ ਜਿਹੜੀ ਸੋਚ ਨੇ ਕੰਮ ਕੀਤਾ ਮੇਰੇ ਖਿਲਾਫ, ਔਰ ਮੈਨੂੰ ਇਸ ਗੱਲ ਦਾ ਪਤਾ ਵੀ ਆ ਕਿਉਂਕਿ ਜਿਹੜੇ ਕੁਝ ਲੋਕ ਬਾਹਰੋਂ ਪਾਰਟੀਆਂ 'ਚੋਂ ਆ ਕੇ ਸਾਡੇ ਉੱਤੇ ਰਾਜ ਕਰ ਰਹੇ ਨੇ, ਉਹ ਸਾਡੀ ਜਿਹੜੀ ਪਪੂਲੈਰਿਟੀ ਆ, ਕਹਿ ਲਓ ਸਾਡੀ ਜਿਹੜਾ ਕੱਦ ਆ, ਜੋ ਸਾਡੀ ਰਾਜਸੀ ਲੋਕਾਂ ਦੇ ਨਾਲ ਸਾਂਝ ਆ, ਸਮਾਜਿਕ ਸਾਂਝ ਆ, ਉਹ ਉਹਨਾਂ ਦੀ ਬਣ ਨਹੀਂ ਪਾ ਰਹੀ। ਤੇ ਉਹ ਇਹਨਾਂ ਨੂੰ ਇਸ ਗੱਲ ਦਾ ਬੜਾ ਹੈਗਾ ਕਿ ਜੇ ਦੁਆਬੇ ਦੇ ਵਿੱਚੋਂ KP ਇੱਕ ਮਜ਼ਬੂਤ ਦਾਅਵੇਦਾਰ ਹੈ ਤੇ ਜੇ ਇਹ ਜਿੱਤ ਜਾਂਦਾ, ਸਰਕਾਰ ਬਣਦੀ ਹੈ ਕਾਂਗਰਸ ਦੀ, ਤੇ ਅਸੀਂ ਪਿੱਛੇ ਰਹਿ ਜਾਵਾਂਗੇ, ਅੱਗੇ ਨਿਕਲ ਜਾਵਾਂਗੇ। ਇੱਕ ਮਾਨਸਿਕ ਜਿਹੜੀ ਇਹਨਾਂ ਦੀ ਇਹ ਸੋਚ ਨੇ ਉਹ ਮੇਰਾ ਜਿਹੜਾ ਹੈਗਾ ਨੁਕਸਾਨ ਜਿਹੜਾ ਉਹ ਕੀਤਾ ਹੈ। ਮੈਂ ਉਸ ਮੁਲਾਕਾਤ ਬਾਰੇ ਫਿਰ ਜ਼ਿਕਰ ਕਰੂੰਗਾ ਕਿ ਜਿਹੜੀ ਰਾਹੁਲ ਗਾਂਧੀ ਨਾਲ ਤੁਹਾਡੀ ਗੱਡੀ ਦੇ ਵਿੱਚ ਬੈਠ ਕੇ ਮੁਲਾਕਾਤ ਹੋਈ ਸੀ, ਉਹਦੇ ਵਿੱਚ ਰਾਹੁਲ ਗਾਂਧੀ ਪੋਜ਼ਿਟਿਵ ਸੀਗੇ, ਤੁਹਾਨੂੰ ਪੋਜ਼ਿਟਿਵ ਮੀਟਿੰਗ ਲੱਗੀ? ਉਹ ਨਹੀਂ, ਰਾਹੁਲ ਗਾਂਧੀ ਬਿਲਕੁਲ ਪੋਜ਼ਿਟਿਵ ਸੀ। ਜਦੋਂ ਸਟੇਜ ਤੇ ਵੀ ਤੁਸੀਂ ਦੇਖਿਆ, ਤੁਸੀਂ ਵੀਡੀਓ ਅੱਜ ਉਹ ਕਢਾ ਕੇ ਦੇਖੋ, ਉਹਨਾਂ ਦੀਆਂ ਜੋ ਵੀ ਮੇਰੇ ਨਾਲ ਜਿਸ ਤਰੀਕੇ ਨਾਲ ਮੈਨੂੰ ਮਿਲੇ ਆ, ਮੈਨੂੰ ਉਹਨਾਂ ਨੇ ਹੈਂਡ ਸ਼ੇਕ ਕੀਤਾ, ਮੈਨੂੰ ਉਹਨਾਂ ਨੇ ਕਿਹਾ ਕਿ KP ਜੀ ਕੈਸੇ ਆ? ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਤੇ ਮੇਰੇ ਕੋਲ ਮਿਲਣਾ। ਉਹ ਜਾਣ ਤੋਂ ਪਹਿਲਾਂ ਫਿਰ ਉਹਨਾਂ ਨੇ ਮੇਰੇ ਕੰਨ 'ਚ ਕਿਹਾ ਵੀ ਪਿੱਛੇ ਜ਼ਰੂਰ ਮੇਰੇ ਕੋਲ ਮਿਲਣਾ। ਤੋ ਮੇਰੀ ਤਾਂ ਕੋਈ ਇਦਾਂ ਦੀ ਕੋਈ ਮਾਨਸਿਕਤਾ ਨਹੀਂ ਹੈ, ਮੈਂ ਤਾਂ ਲੀਡਰ ਹਾਂ, ਉਹਨਾਂ ਦਾ ਸਤਿਕਾਰ ਕਰਦਾ। ਤੁਹਾਡੀ ਰਿਪੋਰਟ ਫਿਰ ਗਲਤ ਪਹੁੰਚੀ ਉਹਨਾਂ ਤੱਕ ਬਾਅਦ 'ਚ, ਕਿ ਜਾਂ ਫਿਰ ਕਿਸੇ ਨੇ ਰੋਕਤਾ ਹੋਊਗਾ? ਨਹੀਂ, ਦੇਖੋ ਗੱਲ ਇਹ ਆ ਕਿ ਹਾਈ ਕਮਾਂਡ ਜਿਹੜੀ ਅਸੀਂ ਜਿਹਨਾਂ ਨੂੰ ਹਾਈ ਕਮਾਂਡ ਮੰਨਦੇ ਆ, ਉਹ ਇਹ 5-6 ਬੰਦੇ ਆ। ਜੇ ਉਹ ਹਾਈ ਕਮਾਂਡ ਨੇ ਮੈਨੂੰ ਜਿਹੜਾ ਭਰੋਸਾ ਦਿੱਤਾ, ਉਹ ਭਰੋਸਾ ਜਿਹੜਾ ਹੈਗਾ ਉਹ ਇਹਨਾਂ ਨੇ ਮੇਰੇ ਨਾਲ ਉਹ ਭਰੋਸੇ ਦੇ ਠੀਕ ਉਤਰੇ ਨਹੀਂ ਗਏ। ਮੇਰੇ ਨਾਲ ਵਿਸ਼ਵਾਸਘਾਤ ਕਹਿ ਸਕਦੇ ਇਸ ਗੱਲ ਨੂੰ। ਮੈਂ ਸਮਝਦਾ ਮੇਰੇ ਨਾਲ ਧੋਖਾ ਕੀਤਾ ਇਹਨਾਂ ਨੇ ਕਿ ਇੱਕ ਤਾਂ ਮੈਨੂੰ ਟਿਕਟ ਨਹੀਂ ਦਿੱਤੀ, ਦੂਜਾ ਮੇਰਾ ਜਿਹੜਾ ਇਲੈਕਸ਼ਨ ਲੜਨ ਦਾ ਅਧਿਕਾਰ ਸੀਗਾ ਉਹਨੂੰ ਵੀ ਇਹਨਾਂ ਨੇ ਜ਼ਬਰਦਸਤੀ ਪਲੈਨਿੰਗ ਕਰਕੇ ਮੇਰਾ ਰਸਤਾ ਜਿਹੜਾ ਉਹ ਰੋਕਿਆ।
ਤੁਸੀਂ ਤਾਂ ਆਪਾਂ ਪਹਿਲਾਂ ਵੀ ਇੰਟਰਵਿਊਜ਼ ਕੀਤੇ ਨੇ, ਤੁਸੀਂ ਪਹਿਲਾਂ ਕਦੀ ਖੁੱਲ ਕੇ ਨਹੀਂ ਆਖਿਆ ਕਿ ਮੈਂ ਆਜ਼ਾਦ ਲੜੂੰਗਾ ਜਾਂ ਮੈਂ ਕਿਸੇ ਹੋਰ ਪਾਰਟੀ 'ਚ ਜਾਊਂਗਾ, ਇਦਾਂ ਦੀਆਂ ਕੋਈ ਗੱਲ ਨਹੀਂ ਕੀਤੀ। ਪਰ ਹਾਈ ਕਮਾਂਡ ਨੂੰ ਡਰ ਕਿਹੜੀ ਗੱਲ ਦਾ ਸੀ ਫਿਰ ਕਿਸੇ ਪਾਰਟੀ 'ਚ ਨਾ ਚਲੇ ਜੇ ਕਿ ਆਜ਼ਾਦ ਚੋਣ ਨਾਲ ਲੜ ਪਏ ਕੇਪੀ? ਦੇਖੋ ਮੈਨੂੰ ਤਾਂ ਇਹ ਨਹੀਂ ਪਤਾ ਵੀ ਹਾਈ ਕਮਾਂਡ ਨੂੰ ਡਰ ਹੈ ਕਿ ਨਹੀਂ, ਕਿਉਂਕਿ ਹਾਈ ਕਮਾਂਡ ਲਈ ਅਸੀਂ ਇੱਕ ਬਹੁਤ ਛੋਟੇ ਫੀਲੇ ਆ, ਕਿਉਂਕਿ ਹਾਈ ਕਮਾਂਡ ਨੇ ਬੜੇ ਵੱਡੇ ਵੱਡੇ ਬੰਦੇ ਲੋਕੀ ਪੈਦਾ ਕੀਤੇ ਆ। ਲੇਕਿਨ ਗੱਲ ਇਹ ਆ ਕਿ ਜਿਹੜੀ ਲੋਕਲ ਸਾਡੀ ਇੱਥੇ ਦੀ ਲੀਡਰਸ਼ਿਪ ਹੈ ਨਾ, ਲੋਕਲ ਲੀਡਰਸ਼ਿਪ ਨੂੰ ਮੇਰੇ ਨਾਲ ਇਹ ਕਹਿ ਸਕਦੇ ਆ ਕਿ ਇਹ ਜਿੱਦਾਂ ਆਪਾਂ ਪੰਜਾਬੀ ਕਹਿੰਦੇ ਯਾਰ ਬੜੇ ਖੁੰਦਕੀ ਹੈ ਵਿਚਾਰ ਵਾਲੇ ਲੋਕ ਜਿਹੜੇ ਇੱਥੇ ਆ ਗਏ ਆ, ਉਹਨਾਂ ਨੂੰ ਮੈਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਕਿਹੜੇ ਨੇ ਲੋਕ ਇੱਥੇ? ਚਲੋ ਸਭ ਨੂੰ ਪਤਾ ਹੈਗਾ, ਕੋਈ ਗੱਲ ਨਹੀਂ ਹੈ। ਮੈਂ ਹਾਲੇ ਕਾਂਗਰਸ ਪਾਰਟੀ ਦੇ ਵਿੱਚ ਬਣਿਆ ਆ, ਪਰ ਮੇਰੀ ਪਰਿਵਾਰ ਦਾ ਮੇਰੇ ਤੇ ਬਹੁਤ ਵੱਡਾ ਪ੍ਰੈਸ਼ਰ ਹੈ, ਕਿਉਂਕਿ ਜਦੋਂ 19 ਦੇ ਵਿੱਚ ਜਦੋਂ ਮੇਰੀ ਟਿਕਟ ਲੋਕ ਸਭਾ ਦੀ ਡਿਨਾਈ ਕੀਤੀ ਸੀ, ਉਸ ਤੋਂ ਪਹਿਲਾਂ ਮੈਨੂੰ 14 ਜਿਨ੍ਹਾਂ ਨੇ ਪਾਰਟੀ ਨੇ ਰਾਹੁਲ ਗਾਂਧੀ ਨੇ ਜਿਹਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਹੁਸ਼ਿਆਰਪੁਰ ਲੜੋ, ਤੇ ਮੈਂ ਤਾਂ ਹਾਈ ਕਮਾਂਡ ਦਾ ਇੱਕ ਵਫਾਦਾਰ ਸਿਪਾਹੀ ਰਿਹਾ, ਜਿੱਥੇ ਮੇਰੀ ਡਿਊਟੀ ਲਾਈ ਹੈ ਮੈਂ ਉੱਥੇ ਕੀਤੀ ਹੈ। ਹੁਣ ਆ ਕੇ ਕਹਿੰਦਾ ਤੁਸੀਂ ਜੋ ਹੁਸ਼ਿਆਰਪੁਰੋਂ ਇਲੈਕਸ਼ਨ ਹਟ ਗਏ ਸੀ, ਆਦਮਪੁਰ ਤੋਂ ਹਾਰ ਗਏ ਸੀ, ਇਹ ਤਾਂ ਦੇਖਦੇ ਨੇ ਵੀ 20 ਦਿਨ ਪਹਿਲਾਂ ਅਸੀਂ ਉੱਥੇ ਬੰਦੇ ਨੂੰ ਭੇਜਦੇ ਹਾਂ ਤੇ ਆਪਣੀ ਗੱਲ ਨਹੀਂ ਦੱਸਦੇ, ਅਗਲੇ ਦੀ ਉਨਤਾਈ ਜਿਹੜੀ ਉਹ ਦੱਸਦੇ ਨੇ। ਮੇਰਾ ਪੇਰੈਂਟ ਹਲਕਾ ਜਿਹੜਾ ਜਲੰਧਰ ਵੈਸਟ ਹੈ, ਮੈਂ ਹੀ 11 ਇਲੈਕਸ਼ਨ ਉੱਥੇ ਲੜੇ ਆ, ਮੈਂ ਅੱਜ ਵੀ ਉੱਥੋਂ ਟਿਕਟ ਮੰਗ ਰਿਹਾ ਸੀਗਾ। ਮੈਨੂੰ ਉਹਨਾਂ ਨੇ ਕਿਹਾ ਵੀ ਸਾਡੀ ਮਜਬੂਰੀ ਹੈ, ਮੈਂ ਕਿਹਾ ਚਲੋ ਮਜਬੂਰੀ ਹੈ, ਤੇ ਮੈਂ ਆਦਮਪੁਰ ਉੱਥੇ ਕੰਮ ਕੀਤਾ ਹੈਗਾ। ਔਰ ਤੁਸੀਂ ਦੇਖਿਆ ਜਿੰਨਾ ਆਦਮਪੁਰ ਦੇ ਵਿੱਚ ਕੰਮ ਹੋਇਆ, ਕਿਤੇ ਕਾਂਗਰਸ ਨਾਂ ਦੀ ਉੱਥੇ ਚੀਜ਼ ਨਹੀਂ ਸੀ ਜਿਹੜਾ ਮੈਂ ਉੱਥੇ ਬਿਲਟ ਅਪ ਕੀਤਾ ਹੈਗਾ। ਤੇ ਹਾਲਾਂਕਿ ਚੀਫ ਮਿਨਿਸਟਰ ਸਾਹਿਬ ਦਾ ਵੀ ਲੋਕਾਂ ਦਾ ਇਹ ਸੰਦੇਸ਼ ਚਲੇ ਗਿਆ ਕਿ ਉਹ ਉੱਥੋਂ ਇਲੈਕਸ਼ਨ ਜਿਹੜਾ ਲੜਨਾ ਚਾਹੁੰਦੇ ਆ। ਇਹਦਾ ਮਤਲਬ ਉਸ ਇਲਾਕੇ 'ਚ ਕੰਮ ਹੋਏ ਆ ਜਿੱਥੇ ਮੁੱਖ ਮੰਤਰੀ ਵਰਗਾ ਚਿਹਰਾ ਜਿਹੜਾ ਉਹ ਵੀ ਉਹਨੂੰ ਪਸੰਦ ਕਰਦਾ, ਤੇ ਇਸ ਕਰਕੇ ਜਿਹੜੀ ਇਹ ਮੇਰੇ ਨਾਲ ਇੱਕ ਕਿਸਮ ਦਾ ਧੋਖਾ ਜਿਹੜਾ ਇਹ ਧੋਖਾ ਇਹਦੇ ਵਿੱਚ ਕੋਈ, ਦੇਖੋ ਗੱਲ ਇਹ ਆ ਕਿ ਗਲਤੀ ਹੋ ਜਾਂਦੀ ਉਹ ਸਹਿਬਨ ਹੋ ਜਾਂਦੀ ਹੈ, ਧੋਖਾ ਜਿਹੜਾ ਜਾਣਬੁੱਝ ਕੇ ਕੀਤਾ ਜਾਂਦਾ, ਔਰ ਇਹਨਾਂ ਨੇ ਮੇਰੇ ਨਾਲ ਜਾਣਬੁੱਝ ਕੇ ਮਿੱਥ ਕੇ ਜਿਹੜਾ ਕੰਮ ਕੀਤਾ। ਤੁਸੀਂ ਪਰਿਵਾਰ ਦੀ ਗੱਲ ਕਰ ਰਹੇ ਸੀ ਕਿ ਪਰਿਵਾਰ ਵੱਲੋਂ ਪ੍ਰੈਸ਼ਰ ਆ, ਪ੍ਰੈਸ਼ਰ ਕਿਸ ਚੀਜ਼ ਦਾ ਪਰਿਵਾਰ ਤੇ? ਨਹੀਂ, ਪਰਿਵਾਰ ਕਹਿੰਦਾ ਵੀ ਤੁਹਾਡੇ ਨਾਲ ਇੰਨੀ ਵੱਡੀ ਬੇਇਨਸਾਫੀ ਕੀਤੀ ਆ ਤੇ ਹਲੇ ਵੀ ਤੁਸੀਂ ਕਾਂਗਰਸ ਪਾਰਟੀ 'ਚ ਰਹਿਣਾ ਪਸੰਦ ਕਰੋਗੇ, ਤਾਂ ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਤੇ ਅਸੀਂ ਕੋਈ ਨਾ ਕੋਈ ਸਖਤ ਕਦਮ ਜਿਹੜਾ ਪਰਿਵਾਰ ਤੇ ਕਹਿਣ ਤੇ ਚੁੱਕੂਗਾ ਮੈਂ। ਮਤਲਬ ਕੇਪੀ ਸਾਹਿਬ ਵੈਸੇ ਜੇ ਇੰਨਾ ਕੁਝ ਹੋ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਕੁਝ ਹੋਇਆ, ਮੈਨੂੰ ਲੱਗਦਾ ਵੀ ਉਹ ਤੋਂ ਵੱਧ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਕੀਤਾ। ਵੈਸੇ ਤੁਹਾਡਾ ਕੋਈ ਕਹਿੰਦੇ ਵੀ ਕਸੂਰ ਵੀ ਕੋਈ ਨਹੀਂ ਸੀਗਾ, ਵੀ ਟਿਕਟ ਨਹੀਂ ਦੇਣੀ ਸੀ, ਕੋਈ ਗੱਲ ਨਹੀਂ, ਤੁਹਾਡੇ ਕੋਲ ਚੋਣ ਲੜਨ ਦਾ ਅਧਿਕਾਰ ਨਾ ਖੋਂਦੇ, ਮਤਲਬ ਇਸ ਤਰੀਕੇ ਨਾਲ ਤੁਹਾਨੂੰ ਉਲਝਾ ਕੇ ਰੱਖਿਆ, ਤੇ ਫਿਰ ਵੀ ਤੁਸੀਂ ਕਾਂਗਰਸ 'ਚ ਰਹਿਣ ਲਈ ਅਜੇ ਤੱਤ ਬਣੋ। ਨਹੀਂ, ਮੇਰੀ ਕੋਈ ਹੁਣ ਸਹਾਨੂਭੂਤੀ ਨਹੀਂ ਹੈ ਬਿਲਕੁਲ, ਲੇਕਿਨ ਇਹ ਆ ਕਿ ਜਿਸ ਪਾਰਟੀ 'ਚ ਤੁਸੀਂ ਕੰਮ ਕੀਤਾ ਹੋਵੇ, ਬਹੁਤ ਲੰਬਾ ਸਮਾਂ ਜਿੱਥੇ ਤੁਸੀਂ ਰਹੇ ਹੋ, ਉੱਥੇ ਨਾ ਥੋੜਾ ਜਿਹਾ ਲਗਾਵ ਹੁੰਦਾ। ਹਾਲੇ ਵੀ ਮੇਰੇ 'ਚੋਂ ਉਹ ਲਗਾਵ ਜਾ ਨਹੀਂ ਰਿਹਾ, ਪਰ ਮੈਂ ਸਮਝਦਾ ਕਿ ਇਹ ਮੇਰੀ ਅਗਿਆਨਤਾ ਆ ਜਿਹੜੀ ਮੈਂ ਗੱਲ ਕਰ ਰਿਹਾ। ਸੱਚਾਈ ਜਿਹੜੀ ਆ ਉਹ ਵੱਖਰੀ ਹੈ। ਅੱਜ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਉਹ ਲੋਕ ਆ ਚੁੱਕੇ ਨੇ ਜਿਹੜੇ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਕੱਢੇ ਆ, ਡਿਸਕਾਰਡਡ ਆ, ਉਹ ਸਾਨੂੰ ਅੱਜ ਲੀਡ ਕਰ ਰਹੇ ਨੇ, ਤੇ ਜਿਹੜੇ ਓਰੀਜਨਲ ਕਾਂਗਰਸੀ ਆ ਸਾਡੇ ਵਰਗੇ ਪਰਿਵਾਰ ਆ, ਜਿਹੜੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਅੱਜ ਕੱਲ੍ਹ ਰਿਵਾਜ ਆ ਸ਼ਹਿਰਾਂ ਦੇ ਵਿੱਚ ਤੁਸੀਂ ਕਿਰਾਏ ਤੇ ਇੱਕ ਮਕਾਨ ਲੈ ਲਓ ਤੇ ਉਹ ਉੱਥੇ ਦਾਬਾ ਮਾਰ ਕੇ ਬਹਿ ਜਾਂਦੇ ਆ ਲੋਕ, ਜਿਹੜੇ ਬਦਮਾਸ਼ ਟਾਈਪ ਲੋਕ ਹੁੰਦੇ ਉਹ ਕਹਿੰਦੇ ਸਾਨੂੰ ਵੇਚ ਜਾ, ਕਰੋੜ ਰੁਪਏ ਦੀ ਚੀਜ਼ ਆ 50 ਲੱਖ 'ਚ ਵੇਚ ਜਾ। ਤੇ ਉਹ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਇੱਥੇ ਕਾਂਗਰਸੀਆਂ ਦੇ ਨਾਲ ਹੋ ਰਿਹਾ। ਖੁੱਲ੍ਹ ਕੇ ਕਿਉਂ ਨਹੀਂ ਕਹਿੰਦੇ? ਜੇ ਤੁਹਾਡੇ ਨਾਲ ਇੰਨਾ ਧੱਕਾ ਹੋ ਗਿਆ, ਖੁੱਲ੍ਹ ਕੇ ਦੱਸੋ ਕਿਹਦਾ ਨਾਮ, ਕਿਹਨੇ ਤੁਹਾਡੀ ਗਰਾਊਂਡ ਤਿਆਰ ਕੀਤੀ ਹੈ? ਨਹੀਂ ਚਲੋ ਮੈਂ ਇਦਾਂ ਨਹੀਂ ਮੈਂ ਕਿਸੇ ਦਾ ਨਾਮ ਪਬਲਿਕਲੀ ਕਹੂੰਗਾ। ਜਦੋਂ ਮੈਂ ਜਦੋਂ ਕਿਸੇ ਵੀ ਪਲੇਟਫਾਰਮ ਤੇ ਜੇ ਮੈਂ ਕਾਂਗਰਸ 'ਚ ਨਹੀਂ ਰਹਿੰਦਾ ਤੇ ਮੈਂ ਕੱਲਿਆਂ ਦੇ ਪੋਤੜੇ ਜਿਹੜੇ ਖੋਲ੍ਹਦੇ ਨੇ। ਅੱਛਾ, ਜ਼ਿਕਰ ਹੁਣ ਹੋ ਰਿਹਾ ਕਿ ਕੇਪੀ ਸਾਹਿਬ ਕੈਂਟ ਦੇ ਵਿੱਚ ਵੀ ਇਨਵੋਲਵਮੈਂਟ ਕਰ ਸਕਦੇ ਆ। ਵੈਸੇ ਤਾਂ ਚੋਣ ਲੜਨ ਦੀ ਗੱਲ ਹੋਈ ਸੀ ਕਿ ਕੈਂਟ ਤੋਂ ਆਜ਼ਾਦ ਤੁਸੀਂ ਚੋਣ ਲੜ ਸਕਦੇ ਹੋ, ਤਾਂ ਹੁਣ ਕੈਂਟ ਦੇ ਵਿੱਚ ਇਨਵੋਲਵਮੈਂਟ ਕਿਸ ਤਰੀਕੇ ਨਾਲ ਕਰੋਗੇ? ਦੇਖੋ ਕੈਂਟ ਮੇਰਾ ਪੁਰਾਣਾ ਹਲਕਾ ਰਿਹਾ, ਆ ਮਾਡਲ ਟਾਊਨ 'ਚ ਜੱਦੀ ਮੇਰਾ ਪਿੰਡ ਉੱਥੇ ਆ। ਮੇਰੇ ਪੁਰਾਣਾ ਜਿਹੜਾ ਜਲੰਧਰ ਸਾਊਥ ਹਲਕਾ ਹੁੰਦਾ ਸੀ, ਅੱਧੇ ਤੋਂ ਜ਼ਿਆਦਾ ਜਿਹੜਾ ਉਹ ਜਲੰਧਰ ਕੈਂਟ ਦੇ ਵਿੱਚ ਆ, ਅੱਧੇ ਤੋਂ ਜ਼ਿਆਦਾ ਜਲੰਧਰ ਵੈਸਟ ਦੇ ਵਿੱਚ ਆ। ਆਦਮਪੁਰ ਨੂੰ ਮੈਂ ਨਰਸ ਕੀਤਾ, ਤਾਂ ਮੈਂ ਤਿੰਨਾਂ ਹਲਕਿਆਂ ਦੇ ਉੱਤੇ ਮੇਰੇ ਸਮਰਥਕ ਬੈਠੇ ਆ। ਵੈਸੇ ਤਾਂ ਸਾਰੇ ਸ਼ਹਿਰ ਦੇ ਵਿੱਚ, ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਵੀ ਰਿਹਾ, ਮੈਂ ਹਰ ਕਮਿਊਨਿਟੀ ਦੇ ਵਿੱਚ ਵਿਚਰਦਾ ਰਿਹਾ, ਤੇ ਇਸ ਕਰਕੇ ਲੋਕਾਂ ਨੂੰ ਮੇਰੇ ਨਾਲ ਹਮਦਰਦੀ ਹੈ। ਤੇ ਕੱਲ ਦੇ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਆ ਰਹੇ ਨੇ, ਮੈਨੂੰ ਹੌਸਲਾ ਵੀ ਦੇ ਰਹੇ ਆ ਔਰ ਮੇਰੇ ਨਾਲ ਗੱਲਬਾਤ ਵੀ ਕਰ ਰਹੇ ਆ। ਔਰ ਤਕਰੀਬਨ 99% ਲੋਕ ਇਹ ਕਹਿੰਦੇ ਆ ਵੀ ਯਾਰ ਬਹੁਤ ਵੱਡਾ ਧੋਖਾ ਹੋਇਆ, ਪਾਰਟੀ 'ਚ ਰਹਿਣ ਦਾ ਕੋਈ ਹੱਜ ਨਹੀਂ ਹੈ। 1% ਹੁੰਦੇ ਆ ਕਈ ਜਿਹੜੇ ਪੁਰਾਣੇ ਜੇ ਕੋਈ ਗੱਲ ਨਹੀਂ ਜੀ ਹਊ ਪਰੇ ਕਰ ਲਓ, ਭਾਣਾ ਮੰਨ ਲਓ ਜੀ, ਇੱਦਾਂ ਕਰ ਲਓ, ਪਰ 99% ਲੋਕਾਂ ਦੀ ਵਿਊ ਆ ਕਿ ਪਾਰਟੀ ਦੇ ਵਿੱਚ ਹੁਣ ਪੁਰਾਣੇ ਕਾਂਗਰਸੀਆਂ ਦਾ ਕੋਈ ਸਥਾਨ ਰਿਹਾ ਨਹੀਂ। ਕੈਂਟ ਤੋਂ ਫਿਰ ਕਰੋਗੇ ਕੁਛ ਕਿ ਜਾਂ ਆਦਮਪੁਰ 'ਚ ਜਾਓਗੇ ਜਾਂ ਵੈਸਟ 'ਚ ਜਾਓਗੇ? ਕੋਈ ਇੱਕ ਹਿੰਟ ਦੇ ਦਿਓ। ਨਹੀਂ ਦੇਖੋ, ਮੈਂ ਤਿੰਨਾਂ ਹਲਕਿਆਂ ਦੇ ਵਿੱਚ ਮੇਰੀ ਜਿਹੜੀ
ਦਾਅਵੇਦਾਰੀ ਸੀਗੀ। ਚਲੋ ਦਾਅਵੇਦਾਰੀ ਨਾ ਕਹੋ, ਮੇਰੇ ਪ੍ਰਸ਼ੰਸਕ ਬੈਠੇ ਆ ਉੱਥੇ। ਤਿੰਨਾਂ ਹਲਕਿਆਂ ਨੂੰ ਮੈਂ ਲੀਡ ਕੀਤਾ ਹੈਗਾ, ਸਾਰੇ ਜਲੰਧਰ ਨੂੰ ਮੈਂ ਲੀਡ ਕੀਤਾ। ਮੈਂ ਜਲੰਧਰ ਲੋਕ ਸਭਾ ਦਾ ਮੈਂਬਰ ਰਿਹਾ। ਮੈਂ ਹੁਸ਼ਿਆਰਪੁਰ 'ਚ 9 ਹਲਕੇ ਹੁਸ਼ਿਆਰਪੁਰ ਦੇ, 9 ਹਲਕੇ ਜਲੰਧਰ ਦੇ, ਮੇਰੀ ਜਾਣ ਪਹਿਚਾਣ ਆ। ਵੈਸੇ ਵੀ ਕੇਪੀ ਪਰਿਵਾਰ ਜਿਹੜਾ ਹੈ ਮੁੱਢ ਕਦੀਮ ਤੋਂ ਹੀ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ। ਮੇਰੇ ਪਿਤਾ ਜੀ ਨੇ ਬੜੀ ਵੱਡੀ ਸੇਵਾ ਕੀਤੀ ਹੈ, ਕੁਰਬਾਨੀਆਂ ਦਿੱਤੀਆਂ। ਅਸੀਂ ਪੰਜਾਬ ਲਈ ਕੁਰਬਾਨੀਆਂ ਦਿੱਤੀਆਂ, ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਤੇ ਜੇ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਇਗਨੋਰ ਕਰਨਾ ਤੇ ਕੋਈ ਪਾਰਟੀ ਦੇ ਫਾਇਦੇ ਦੀ ਗੱਲ ਨਹੀਂ ਹੈਗੀ ਨਾ। ਪਾਰਟੀ ਨੇ ਆਪਣਾ ਨੁਕਸਾਨ ਕੀਤਾ, ਮੇਰਾ ਕੋਈ ਨਹੀਂ ਕੀਤਾ। ਨਹੀਂ, ਮੇਰਾ ਸਵਾਲ ਇਹ ਹੈ ਵੀ ਹੁਣ ਤੁਸੀਂ ਕਿਸੇ ਕੈਂਟ 'ਚ ਇਨਵੋਲਵਮੈਂਟ ਕਰੋਗੇ? ਨਹੀਂ, ਮੈਂ ਸਾਰੇ ਜਗ੍ਹਾ ਇਨਵੋਲਵਮੈਂਟ ਕਰੂੰਗਾ। ਮੈਂ ਦੇਖੋ ਰਾਜਨੀਤਿਕ ਅਸੀਂ ਲੋਕ ਹਾਂ। ਹੁਣ ਮੈਂ ਘਰ 'ਚ ਚੁੱਪ ਕਰਕੇ ਤਾਂ ਬੈਠੂੰਗਾ ਨਹੀਂ, ਨਾ ਮੇਰਾ ਘਰ 'ਚ ਚੁੱਪ ਕਰਕੇ ਦਿਲ ਲੱਗੇਗਾ। ਮੈਂ ਤਾਂ ਆਪਣੇ ਵਲਵਲੇ ਕੱਢਣੇ ਹੀ ਕੱਢਣੇ ਆ। ਮੈਂ ਸਾਰੇ ਜਗ੍ਹਾ ਜਿੱਥੇ ਕੋਈ ਮੈਨੂੰ ਬੁਲਾਊਗਾ ਮੈਂ ਉੱਥੇ ਜਾਣਾ। ਪਰ ਜਦੋਂ ਮੈਂ ਕਾਂਗਰਸ ਪਾਰਟੀ ਦਾ ਕੋਈ ਫੈਸਲਾ ਕਰਾਂਗਾ ਉਸ ਤੋਂ ਬਾਅਦ ਓਪਨਲੀ ਖੁੱਲ੍ਹ ਕੇ ਆ ਜਾਣਾ। ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਬਹੁਤ ਲੇਟ ਹੋ? ਇਹੋ ਜਿਹੀ ਵੈਸੇ ਤਾਂ ਗੋਲਮੋਲ ਗੱਲਾਂ ਸਿਆਸਤਦਾਨ ਵਾਲੀਆਂ ਤੁਸੀਂ ਪਹਿਲਾਂ ਵੀ ਕਰਦੇ ਰਹੇ ਹੋ ਇੰਟਰਵਿਊ ਦੇ ਵਿੱਚ। ਮੈਨੂੰ ਲੱਗਦਾ ਕਿਤੇ ਇਸ ਚੀਜ਼ ਦਾ ਨੁਕਸਾਨ ਨਾ ਹੋ ਗਿਆ ਵੇ। ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਆ ਰਹੇ? ਤੁਸੀਂ ਦੱਸੋ ਕਿੱਥੇ ਤੁਸੀਂ ਇਨਵੋਲਵਮੈਂਟ ਕਰਨੀ ਹੈ, ਅਗਲਿਆਂ ਨੂੰ ਵੀ ਪਤਾ ਲੱਗੇ। ਨਹੀਂ ਕਰਨੀ ਆ, ਦੇਖੋ ਕੈਂਟ 'ਚ ਵੀ ਮੈਂ ਕਰਾਂਗਾ, ਵੈਸਟ 'ਚ ਕਰਾਂਗਾ, ਆਦਮਪੁਰ 'ਚ ਕਰਾਂਗਾ, ਬਾਕੀ ਸ਼ਹਿਰ ਦੇ ਦੂਜੇ ਹਲਕਿਆਂ ਦੇ ਵਿੱਚ ਵੀ ਕਰਾਂਗਾ, ਫਲੋਰ ਵੀ ਕਰਾਂਗਾ, ਕਰਤਾਰਪੁਰ ਦੇ ਵਿੱਚ ਵੀ ਕਰਾਂਗਾ, ਸਾਰੇ ਜਲੰਧਰ 'ਚ ਕਰੂੰਗਾ, ਸਾਰੇ ਪਾਰਲੀਮੈਂਟ ਹਲਕੇ ਦੇ ਵਿੱਚ ਕਰੂੰਗਾ। ਕਿਉਂਕਿ ਦੇਖੋ ਜਿਹੜਾ ਇੱਥੇ ਕਾਂਗਰਸ ਨੇ ਤੁਹਾਨੂੰ ਜਲੀਲ ਕੀਤਾ, ਮਜ਼ਾਕ ਕੀਤਾ ਤੁਹਾਡੇ ਨਾਲ, ਉਹਨੂੰ ਫਿਰ ਨੁਕਸਾਨ ਪਹੁੰਚਾਓਗੇ? ਨੁਕਸਾਨ ਨਹੀਂ। ਜੇ ਮੈਂ ਕਾਂਗਰਸ 'ਚ ਨਹੀਂ ਰਹਿਣਾ ਤੇ ਫਿਰ ਮੇਰਾ ਕਾਂਗਰਸ ਨਾਲ ਕੀ ਹਮਦਰਦੀ ਆ? ਜੇ ਮੈਂ ਕਾਂਗਰਸ 'ਚ ਹੈਗਾ ਤਾਂ ਫਿਰ ਮੈਂ ਹਮਦਰਦੀ ਆ। ਜੇ ਕਾਂਗਰਸ ਵਾਲਿਆਂ ਨੂੰ ਮੇਰੇ ਨਾਲ ਨਹੀਂ ਹਮਦਰਦੀ ਤੇ ਮੈਨੂੰ ਵੀ ਕਾਂਗਰਸ ਵਾਲਿਆਂ ਨਾਲ ਕੋਈ ਹਮਦਰਦੀ ਨਹੀਂ ਹੈਗੀ। ਲੇਕਿਨ ਜਿਹੜੀ ਗੱਲ ਇਹ ਹੈ ਕਿ ਇੱਥੋਂ ਲੋਕ ਸਭਾ ਦਾ ਇਲੈਕਸ਼ਨ ਜਦੋਂ ਹੋਇਆ ਸੀ ਉਸ ਵੇਲੇ ਜਿਹੜੀਆਂ ਗੱਲਾਂ ਹੋਈਆਂ ਸੀ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ, ਮੈਂ ਵੀ ਚੰਗੀ ਤਰ੍ਹਾਂ ਜਾਣਦਾ। ਹੁਣ ਜਿਹੜਾ ਪਾਰਲੀਮੈਂਟ ਦੇ ਇੱਥੋਂ ਮੈਂਬਰ ਜਾਂਦੇ ਆ ਉਹਨਾਂ ਨੂੰ 3 ਟਿਕਟਾਂ ਦੇ ਰਹੇ ਆ। ਹੁਣ ਉਸ ਪਰਿਵਾਰ ਦੀ ਕੋਈ ਕੁਰਬਾਨੀ ਨਹੀਂ ਹੈਗੀ, ਸਿਰਫ ਉਹਨਾਂ ਨੇ ਰਾਜਨੀਤਿਕ ਤੌਰ ਤੇ ਕਾਂਗਰਸ ਨੂੰ ਵਰਤਿਆ। ਮੇਰੇ ਪਰਿਵਾਰ ਦੀ ਕੁਰਬਾਨੀ ਹੈ। ਨਾ ਲੋਕ ਸਭਾ 'ਚ ਮੈਨੂੰ ਕੋਈ ਟਿਕਟ ਦਿੱਤੀ, ਨਾ ਮੈਨੂੰ ਵਿਧਾਨ ਸਭਾ 'ਚ ਦਿੱਤੀ। ਮੇਰੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਂਗਰਸ ਦੇ ਪਰਿਵਾਰ ਆ ਜਿਨ੍ਹਾਂ ਨੇ ਟੈਰਰਿਜ਼ਮ ਵਿਕਟਿਮ ਬਣੇ, ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਮੈਂ ਇੱਕ ਦਿਨ ਲੁਧਿਆਣੇ ਗਿਆ, ਸਤਪਾਲ ਪ੍ਰਾਸ਼ਦ ਸਾਡੇ ਨਾਲ ਹੁੰਦੇ ਸੀ, ਉਹਨਾਂ ਦੀ ਮੈਂ ਭੈਣ ਦੀ ਹਾਲਤ ਦੇਖ ਕੇ ਇੰਨਾ ਮੈਨੂੰ ਤਰਸ ਆਇਆ। ਲੇਕਿਨ ਕਿਸੇ ਨੇ ਕੋਈ ਪੁੱਛਦਾ ਹੀ ਨਹੀਂ ਗਾ। ਅਸੀਂ ਚਲੋ ਰਾਜਨੀਤੀ 'ਚ ਥੋੜ੍ਹਾ ਬਹੁਤਾ ਸਿਗੇ ਕਰਕੇ ਥੋੜ੍ਹੀ ਬਹੁਤੀ ਪੁੱਛ ਪ੍ਰਤੀਤ ਸੀ। ਜੇ ਰਾਜਨੀਤੀ 'ਚ ਨਾ ਹੁੰਦੇ ਤੇ ਅੱਜ ਸਾਡੀ ਫਾਦਰ ਦੀ ਕੁਰਬਾਨੀ ਵੀ ਅਜਾਈ ਜਾਣੀ ਸੀਗੀ। ਅਸੀਂ ਜੇ ਆਪਣੀ ਫਾਦਰ ਦੀ ਪਹਿਚਾਣ ਰੱਖੀ ਹੈ ਤਾਂ ਉਹ ਇੱਕ ਰਾਜਨੀਤੀ 'ਚ ਹੋਣ ਕਰਕੇ ਰੱਖੀ ਹੈ। ਨਹੀਂ ਤਾਂ ਪਾਰਟੀ ਵੱਲੋਂ, ਸਰਕਾਰ ਵੱਲੋਂ ਕਦੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਜਿਹੜੇ ਪਰਿਵਾਰ ਸ਼ਹੀਦੀ ਵਾਲੇ ਪਰਿਵਾਰ ਆ ਜਿਨ੍ਹਾਂ ਨੇ ਕਾਂਗਰਸ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਕੋਈ ਬਾਹ ਫੜੇ। ਇੱਥੇ ਤੇ ਚੋਰ, ਠੱਗ, ਰੇਤਾ ਵੇਚਣ ਵਾਲੇ ਲੋਕ ਜਿਹੜੇ ਆ ਉਹ ਹੋ ਗਏ ਆ। ਕੋਈ ਲਾਟਰੀਆਂ ਵੇਚ ਰਿਹਾ, ਕੋਈ ਸੱਟਾ ਲਵਾ ਰਿਹਾ, ਕੋਈ ਸ਼ਰਾਬ ਵਿਕਾ ਰਿਹਾ। ਅੱਜ ਮਾਫੀਆ ਦਾ ਰਾਜ ਇਸ ਪੰਜਾਬ ਦੇ ਵਿੱਚ ਹੈਗਾ। ਔਰ ਠੀਕ ਆ, ਹੱਲੇ ਅਸੀਂ ਥੋੜ੍ਹਾ ਜਿਹਾ ਮੈਂ ਪਰਹੇਜ਼ ਕਰਦਾ ਗੱਲ ਕਰਨ ਤੋਂ। ਲੇਕਿਨ ਜਦੋਂ ਮੈਂ ਪਾਰਟੀ ਦੇ ਵਿੱਚ ਨਹੀਂ ਰਹੂੰਗਾ, ਮੈਂ ਸਾਫ਼ ਕਹਿਣਾ ਮੈਂ ਨਹੀਂ ਰਹੂੰਗਾ ਪਾਰਟੀ ਦੇ ਵਿੱਚ। ਮੈਂ ਕੋਈ ਲੁਕੋ ਨਹੀਂ ਰੱਖਦਿਆ, ਬਟ ਥੋੜ੍ਹੇ ਦਿਨ ਵੇਟ ਕਰਨੀ ਪਊਗੀ। ਕੇਪੀ ਸਾਹਿਬ ਹੁਣ ਤਾਂ ਮੈਨੂੰ ਲੱਗਦਾ 15-16 ਦਿਨ ਰਹਿ ਗਏ ਪਿੱਛੇ। ਦੇਖੋ ਹੱਲੇ ਕੱਲ ਇਲੈਕਸ਼ਨ ਨੋਮੀਨੇਸ਼ਨ ਫਾਈਲ ਹੋਏ ਆ, ਅੱਜ ਸਕਰੂਟਨੀ ਆ, ਵਾਪਸੀਆਂ ਆ, 2-3 ਦਿਨ ਜਿਹੜੇ ਹੱਲੇ ਪਏ ਆ। ਕੋਈ ਵੀ ਮੈਂ ਦੇਖੋ ਮੈਂ ਕੋਲ ਜਾਣਕਾਰੀ ਹੈ ਕੇਪੀ ਸਾਹਿਬ, ਸ਼ਾਇਦ ਮੈਂ ਗਲਤ ਵੀ ਹੋਵਾਂ, ਤੁਸੀਂ ਚਾਹੇ ਝੂਠ ਬੋਲ ਦਿਓ ਜਾਂ ਸੱਚ ਆ। ਬੀਜੇਪੀ ਵਾਲੇ ਕਹਿੰਦੇ ਕੱਲ ਦੀਆਂ ਬੜੀਆਂ ਗੁਪਤ ਮੀਟਿੰਗਾਂ ਕਰਨੀਆਂ ਚਾਹ ਰਹੇ ਆ ਤੁਹਾਡੇ ਨਾਲ, ਵੀ ਆਓ ਕੋਈ ਗੱਲ ਨਹੀਂ। ਅਜੇ ਤਾਂ ਇੱਕ ਚਾਂਸ ਹੈਗਾ ਵੀ ਜਿਨ੍ਹਾਂ ਨੇ ਕਿਸੇ ਦੇ ਨਾਮਜ਼ਦਗੀ ਪੱਤਰ ਵਾਪਸ ਦਿਵਾਉਣੇ ਹੋਏ ਤਾਂ ਦਵਾ ਦੇਵਾਂਗੇ, ਕੋਈ ਗੱਲ ਨਹੀਂ। ਹੁਣ ਇਸ ਵੇਲੇ ਪੋਸੀਬਲ ਨਹੀਂ ਹੈਗਾ। ਜੇ ਫਰਜ਼ ਕਰੋ ਕਿਸੇ ਦੇ ਨਾਮਜ਼ਦਗੀ ਪੱਤਰ ਵਾਪਸ ਦਵਾ ਕੇ ਉੱਥੇ ਹੋਰ ਕੋਈ ਐਡ ਨਹੀਂ ਹੋ ਸਕਦਾ। ਕਾਨੂੰਨੀ ਤੌਰ ਪ੍ਰਕਿਰਿਆ ਜਿਹੜੀ ਖਤਮ ਹੋ ਚੁੱਕੀ ਆ ਇਲੈਕਸ਼ਨ ਨੋਮੀਨੇਸ਼ਨ ਫਾਈਲ ਕਰਨ ਦੀ। ਹੁਣ ਇਹ ਆ ਕਿ ਵੋਟ ਮੰਗਣ ਹਰ ਇੱਕ ਨੇ ਆਉਣਾ, ਕਾਂਗਰਸ ਨੇ ਵੀ ਆਉਣਾ, ਅਕਾਲੀਆਂ ਨੇ ਵੀ ਆਉਣਾ, ਸਭ ਨੇ ਆਉਣਾ। ਜਿੰਨੇ ਵੀ ਇੱਥੇ ਖੜੇ ਆ ਸੱਜਣ, ਸਾਰੇ ਦੋਸਤ ਮਿੱਤਰ ਆ, ਸ਼ਹਿਰਦਾਰੀ ਆ, ਸਾਰੇ ਆਉਂਦੇ ਆ, ਅਪਰੋਚ ਕਰਦੇ ਆ। ਲੇਕਿਨ ਅਸੀਂ ਹਲੇ ਫੈਸਲਾ ਲਿਆ ਨਹੀਂ, ਫੈਸਲਾ ਲੈ ਲਾਂਗੇ। ਬੀਜੇਪੀ ਵਾਲੇ ਹੋਣ ਜਾਂ ਅਕਾਲੀ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਉਹ ਹਮੇਸ਼ਾ ਚੰਗੇ ਵਿਅਕਤੀਆਂ ਦੀ ਪਹਿਚਾਣ ਦੇ ਵਿੱਚ ਜਾਂ ਪਹਿਚਾਣ ਵਾਲੇ ਲੋਕਾਂ ਨੂੰ ਉਹ ਚਾਹੁੰਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਆਵੇ। ਜੇ ਮੇਰਾ ਜੇ ਅਕਸ ਸਾਫ਼ ਹੈ, ਜੇ ਮੈਂ ਭਲਾ ਮਾਨਸ ਹਾਂ, ਇਮਾਨਦਾਰ ਹਾਂ, ਤੇ ਸਾਰੀਆਂ ਪਾਰਟੀਆਂ ਚਾਹੂਗੀਆਂ ਕਿ ਸਾਡੀ ਪਾਰਟੀ ਦੇ ਵਿੱਚ ਆ ਜਾਓ। ਅੱਜ ਨਹੀਂ, ਜਿੱਦਾਂ ਦੀ ਇਹ ਪ੍ਰਕਿਰਿਆ ਚੱਲ ਰਹੀ ਆ, ਸਾਰੀ ਪਾਰਟੀ ਅਪਰੋਚ ਕਰ ਰਹੀਆਂ। ਇਹ ਤਾਂ ਸਾਡੀ ਵਫਾਦਾਰੀ ਹੈ ਜਿਹੜੀ ਅਸੀਂ ਪਾਰਟੀ ਦੇ ਨਾਲ ਬੈਠੇ ਭਲੇ ਮਾਨਸੀ ਆ। ਤੁਸੀਂ ਨਾ ਤਾਂ ਖੁੱਲ ਕੇ ਬੋਲ ਰਹੇ ਹੋ ਤੇ ਨਾ ਕਿਤੇ ਤੁਸੀਂ ਨਹੀਂ ਭਲਮਾਨਸੀ ਕਹਿ ਲਓ। ਬਟ ਗੱਲ ਇਹ ਆ ਕਿ ਮੈਂ ਇਸ ਵੇਲੇ ਜੋ ਸਮਝਦਾ ਹੈਗਾ ਕਿ ਕਾਂਗਰਸ ਪਾਰਟੀ ਨੂੰ ਸ਼ਾਇਦ ਉਹ ਸੋਚ ਜਿਹੜੀ ਆਈਡੀਓਲੋਜੀ ਜਿਹੜੀ ਸੀਗੀ ਉਹ ਪਿੱਛੇ ਹਟ ਗਈ ਆ, ਉਹ ਪਰੇ ਹੋ ਗਈ ਆ। ਹੁਣ ਇਸ ਪਾਰਟੀ ਨੂੰ ਸਾਡੇ ਵਰਗੇ ਸੋਚ ਦੇ ਬੰਦਿਆਂ ਦੀ ਲੋੜ ਨਹੀਂ ਹੈ। ਤਾਂ ਹੀ ਉਹ ਸਾਡੇ ਨਾਲ ਧੋਖਾ ਕਰਦੇ ਆ, ਸਾਨੂੰ ਧੱਕਾ ਮਾਰ ਰਹੇ ਆ ਵੀ ਤੁਸੀਂ ਇੱਥੋਂ ਨਿਕਲੋ।
ਤੁਸੀਂ ਭਾਵੇਂ ਨਾਂ ਲਾਓ ਨਾਮ, ਪਰ ਇੱਕ ਨਾਮ ਪ੍ਰਗਟ ਸਿੰਘ ਦਾ ਅੱਗੇ ਆ ਰਿਹਾ, ਕਹਿੰਦੇ ਵੀ ਪ੍ਰਗਟ ਸਿੰਘ ਹੋਣਾ ਦਾ ਬੜਾ ਰੋਲ ਰਿਹਾ ਤੁਹਾਡੀ ਟਿਕਟ ਕਟਾਉਣ ਦੇ ਵਿੱਚ, ਕੋਈ ਇਹ ਗੱਲ 'ਚ ਸੱਚਾਈ ਹੈ? ਨਹੀਂ, ਕੋਈ ਨਹੀਂ, ਸਾਡਾ ਪਿੰਡੂ ਹੈ, ਕੋਈ ਐਸੀ ਗੱਲ ਨਹੀਂ ਹੈਗੀ, ਸਾਨੂੰ ਉਹਦੇ ਰਗ ਰਗ ਦਾ ਪਤਾ ਹੈਗਾ, ਕੋਈ ਐਸੀ ਗੱਲ ਨਹੀਂ। ਠੀਕ ਆ, ਕਿਸੇ ਦਾ ਦੋਸ਼ ਨਹੀਂ ਹੈਗਾ। ਦੋਸ਼ ਜਿਹੜਾ ਹੈਗਾ ਇਹ ਸਾਰੇ ਮਿਲ ਕੇ ਜਿਹੜਾ ਕਾਂਗਰਸ ਹਾਈ ਕਮਾਂਡ ਦਾ ਕਹਿਣਾ ਨਹੀਂ ਮੰਨਣਾ ਤੇ ਕਿਸੇ ਦੇ ਉੱਤੇ ਦੋਸ਼ ਮੜ ਦੇਣਾ, ਮੈਂ ਇਹਨੂੰ ਵੀ ਕੋਈ ਬਹੁਤੀ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕਰਾਂਗਾ। ਗੈਰ ਜ਼ਿੰਮੇਵਾਰਾਂ ਨਾਲ ਗੱਲ ਹੋ ਜਾਂਦੀ ਹੈ, ਲੇਕਿਨ ਜ਼ਿੰਮੇਵਾਰੀ ਵਾਲੀ ਗੱਲ ਇਹ ਆ ਕਿ ਕਾਂਗਰਸ ਨੂੰ ਮੰਥਨ ਕਰਨ ਦੀ ਲੋੜ ਹੈ। ਪੁਰਾਣੇ ਲੋਕ ਜਿਹੜੇ ਬੈਠੇ ਆ ਕਾਂਗਰਸ ਪਾਰਟੀ ਦੇ ਵਿੱਚ, ਉਹਨਾਂ ਦੀ ਵਿਚਾਰਧਾਰਾ ਜਿਹੜੀ ਖਤਮ ਹੋਈ ਜਾ ਰਹੀ ਹੈ, ਨਵੀਂ ਸੋਚ ਭਾਰੂ ਹੋ ਰਹੀ ਹੈ। ਜਿਹੜੀ ਨਵੀਂ ਸੋਚ ਹੈ ਉਹ ਮੈਂ ਨਹੀਂ ਸਮਝਦਾ ਕੋਈ ਇੰਨੀ ਪੋਜ਼ਿਟਿਵ ਸੋਚ ਹੈ। ਕੰਸਟਰਕਟਿਵ ਸੋਚ ਜਿਹੜੀ ਆ ਖਤਮ ਹੁੰਦੀ ਜਾ ਰਹੀ ਹੈ ਤੇ ਅਜੀਬੋ ਗਰੀਬ ਜਿਹੜੇ ਲੋਕ ਆ ਕੇ ਪਾਰਟੀ ਨੂੰ ਇੱਥੇ ਰਾਜ ਕਰ ਰਹੇ ਆ, ਬਾਹਰਲੀਆਂ ਪਾਰਟੀਆਂ ਜੋ ਆਣ ਕੇ ਇੱਥੇ ਕੋਈ ਰਾਜ ਕਰ ਰਿਹਾ, ਕੋਈ ਕਿਸੇ ਪਾਰਟੀ ਦੇ ਵਿੱਚੋਂ ਆ ਕੇ ਰਾਜ ਕਰ ਰਿਹਾ, ਤੇ ਜਿਹੜੇ ਓਰੀਜਨਲੀ ਆ ਉਹਨਾਂ ਨੂੰ ਤੁਸੀਂ ਦਰਕਨਾਰ ਕਰ ਰਹੇ ਹੋ। ਆਖਰੀ ਸਵਾਲ ਆ, ਕਾਂਗਰਸ ਨੂੰ ਇਹਨਾਂ ਚੀਜ਼ਾਂ ਦਾ ਜਾਂ ਇਸ ਸੋਚ ਦਾ ਨੁਕਸਾਨ ਹੋਊਗਾ ਕਿ ਵੀ ਪੁਰਾਣਿਆਂ ਨੂੰ ਪਿੱਛੇ ਕਰਕੇ ਨਵਿਆਂ ਨੂੰ ਜਿਹੜਿਆਂ ਨੂੰ ਅੱਗੇ ਲਿਆ ਰਹੇ ਆ, ਇਸ ਵਾਰ 22 ਚ ਨੁਕਸਾਨ ਹੋਊਗਾ? ਤੇ ਕੁਦਰਤੀ ਗੱਲ ਆ, ਜਿਹੜੇ ਮੇਰੇ ਸਮਰਥਕ ਆ, ਹਮਦਰਦ ਆ, ਉਹਨਾਂ ਨੇ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਤੇ ਉਹ ਵੋਟ ਵੀ ਨਹੀਂ ਪਾਉਣਗੇ। ਇਸ ਕਰਕੇ ਜਿਹੜੀ ਸੋਚ ਉਸਾਰੂ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਹੁਣ ਸਾਰੀਆਂ ਪਾਰਟੀਆਂ ਦੇ ਵਿੱਚ ਮੈਂ ਸਮਝਦਾ ਕਿ ਇੱਕੋ ਜਿਹੇ, ਕਿਉਂਕਿ ਸਮਾਜ ਦੇ ਵਿੱਚੋਂ ਅਸੀਂ ਲੋਕ ਆਉਂਦੇ ਹਾਂ ਤੇ ਜਿੱਦਾਂ ਦਾ ਸਮਾਜ ਹੋਏਗਾ ਉਦਾਂ ਦੀਆਂ ਪੋਲੀਟੀਕਲ ਪਾਰਟੀਆਂ ਹੋਣਗੀਆਂ। ਅੱਜ ਤੋਂ 50 ਸਾਲ ਪਹਿਲਾਂ ਸਮਾਜ ਹੋਰ ਸੀ, ਅੱਜ ਸਮਾਜ ਹੋਰ ਆ, 10-20 ਸਾਲ ਨੂੰ ਬਾਅਦ ਚ ਸਮਾਜ ਜਿਹੜਾ ਉਹ ਹੋਰ ਹੋਏਗਾ। ਤੋ ਇਹ ਤਾਂ ਇੱਕ ਐਸੀ ਸੋਚ ਇਹਨਾਂ ਦੀ ਬਣ ਗਈ ਆ ਕਿ ਜੀ ਸਮੇਂ ਨਾਲ ਪਰਿਵਰਤਨ ਹੋਣਾ ਚਾਹੀਦਾ। ਹੁਣ ਮੈਨੂੰ ਕਹਿੰਦੇ ਵੀ ਤੁਸੀਂ ਬਹੁਤ ਸ਼ਰੀਫ ਆ, ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਵੀ ਤੁਹਾਨੂੰ ਹੁਣ ਰਾਜਨੀਤੀ ਦੇ ਵਿੱਚ ਬਦਮਾਸ਼ ਲੋਕ ਚਾਹੀਦੇ ਆ। ਜੇ ਤੁਸੀਂ ਸ਼ਰੀਫ, ਮੈਨੂੰ ਆਪ ਕਹਿੰਦੇ ਹੋ ਤੁਸੀਂ ਸ਼ਰੀਫ ਹੋ, ਤੇ ਫਿਰ ਸ਼ਰੀਫ ਨੂੰ ਤੁਸੀਂ ਕੱਢ ਕਿਉਂ ਰਹੇ ਹੋ? ਉਹਦਾ ਹੱਕ ਕਿਉਂ ਮਾਰ ਰਹੇ ਹੋ? ਉਹਦਾ ਰਸਤਾ ਕਿਉਂ ਰੋਕ ਰਹੇ ਹੋ? ਕਹਿੰਦੇ ਵੀ ਸ਼ਰੀਫ ਹੋਣ ਦਾ ਹੀ ਫਾਇਦਾ ਚੱਕ ਰਹੇ ਨੇ। ਤੇ ਹੁਣ ਇਹ ਤਾਂ ਦੇਖੋ, ਸ਼ਰੀਫ ਦੀ ਆਹ ਬਹੁਤ ਮਾੜੀ ਹੁੰਦੀ ਹੈ। ਇਸ ਕਰਕੇ ਕੋਈ ਗੱਲ ਨਹੀਂ, ਹੁਣ ਨੱਠਦਿਆਂ ਨੂੰ ਬਾਣ ਇੱਕੋ ਜਿਹੀ ਹੈ ਤੇ ਹੁਣ ਪਤਾ ਹੀ ਜਾਣਗੇ ਲੱਗ। ਧੰਨਵਾਦ ਗੱਲਬਾਤ ਕਰ ਲਈ। ਸੋ ਕਾਂਗਰਸੀ ਸੀਨੀਅਰ ਲੀਡਰ ਨੇ ਮਹਿੰਦਰ ਸਿੰਘ ਕੇਪੀ, ਹਰ ਇੱਕ ਅਹੁਦਾ ਇਹਨਾਂ ਨੇ ਹੰਡਾਇਆ ਆ, ਬਹੁਤ ਪੁਰਾਣੇ ਨੇ, ਇਹਨਾਂ ਦਾ ਪਰਿਵਾਰ ਜਿਹੜਾ ਵਾ ਉਹ ਕਾਂਗਰਸ ਦੀ ਹੀ ਇੱਕ ਕਹਿ ਸਕਦੇ ਆ ਕਿ ਲੇਖੇ ਲੱਗਾ ਸੀਗਾ, ਪਰ ਇਸ ਵਾਰ ਇਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਇਗਨੋਰ ਕੀਤਾ ਗਿਆ, ਇਹਨਾਂ ਨਾਲ ਮਜ਼ਾਕ ਕੀਤਾ ਗਿਆ, ਇੱਕ ਛੜਯੰਤਰ ਰਚਿਆ ਗਿਆ, ਜਿੱਥੇ ਕੱਲ ਲੋਕਾਂ ਨੇ ਮਹਿਸੂਸ ਕੀਤਾ ਕਿ ਮਹਿੰਦਰ ਸਿੰਘ ਕੇਪੀ ਹੋਣਾ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਾਂਗਰਸ ਨੇ ਕੀਤਾ, ਤਾਂ ਹੁਣ ਸਿੱਧੇ ਤੌਰ ਦੇ ਉੱਪਰ ਇਹ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਰਹਿਣ ਦਾ ਸਵਾਲ ਤਾਂ ਪੈਦਾ ਨਹੀਂ ਹੁੰਦਾ। ਹੁਣ ਅਗਲੀ ਜਿਹੜੀ ਰਣਨੀਤੀ ਆ ਉਹ ਕੁਝ ਹੀ ਦਿਨਾਂ ਦੇ ਵਿੱਚ ਇਹ ਸਪਸ਼ਟ ਕਰ ਦੇਣਗੇ, ਪਰ ਇੱਕ ਗੱਲ ਇਹਨਾਂ ਕਲੀਅਰ ਕਰ ਦਿੱਤੀ ਕਿ ਕਾਂਗਰਸ ਮੇਰਾ ਹੁਣ ਘਰ ਨਹੀਂ ਰਹੇਗਾ। ਕੈਮਰਾਮੈਨ ਮਨੀਸ਼ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।